ਸਤਿ ਸ਼੍ਰੀ ਅਕਾਲ। ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਢਾਕਾ ਦੇ ਵਿੱਚ ਕੱਪੜਾ ਫੈਕਟਰੀਆਂ ਦੇ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਜਾਰੀ। 130 ਫੈਕਟਰੀਆਂ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਗਏ ਹੜਤਾਲ ਉੱਤੇ। ਅਲ-ਸ਼ਿਫਾ ਹਸਪਤਾਲ ਦੇ ਵਿੱਚੋਂ ਨਵੇਂ ਜੰਮੇ ਬੱਚਿਆਂ ਨੂੰ ਬਾਹਰ ਕੱਢਣ ਦਾ ਇਜ਼ਰਾਈਲ ਦਾ ਦਾਅਵਾ। ਫਲਸਤੀਨ ਨੇ ਕੀਤਾ ਰੱਦ, ਕਿਹਾ ਨਹੀਂ ਹੋ ਰਹੀ ਕੋਈ ਮਦਦ। ਯੂਰਪੀਅਨ ਯੂਨੀਅਨ ਨੇ ਗਾਜ਼ਾ ਦੀ ਮੌਜੂਦਾ ਸਥਿਤੀ ਉੱਤੇ ਜਤਾਈ ਚਿੰਤਾ, ਕਿਹਾ ਜੰਗ ਰੁਕੇ ਅਤੇ ਮਨੁੱਖਤਾਵਾਦੀ ਸਹਾਇਤਾ ਗਾਜ਼ਾ ਵਿੱਚ ਲਗਾਤਾਰ ਪਹੁੰਚਦੀ ਰਹੇ। ਫਲਸਤੀਨ ਦਾ ਸਮਰਥਨ ਕਰਨਾ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਪਿਆ ਮਹਿੰਗਾ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੈਬਨਿਟ ਵਿੱਚੋਂ ਕੀਤਾ ਬਰਖਾਸਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰ ਦੋ ਵੱਡੇ ਉਦਯੋਗਿਕ ਕੇਂਦਰ ਸਾਵਰ ਅਤੇ ਅਸ਼ੂਲੀਆ ਦੇ ਵਿੱਚ ਕੁੱਲ 130 ਰੈਡੀਮੇਡ ਗਾਰਮੈਂਟ ਫੈਕਟਰੀਆਂ ਨੇ ਵੱਧ ਤਨਖਾਹ ਦੇ ਲਈ ਚੱਲ ਰਹੇ ਮਜ਼ਦੂਰਾਂ ਦੇ ਵਿਰੋਧ ਕਾਰਨ ਅਣਮਿੱਥੇ ਸਮੇਂ ਲਈ ਕੰਮਕਾਜ ਮੁਅੱਤਲ ਕਰ ਦਿੱਤਾ ਹੈ। ਸਨਅਤੀ ਪੁਲਿਸ ਸੁਪਰਡੈਂਟ ਮੁਹੰਮਦ ਸਰਵਰ ਆਲਮ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਮਜ਼ਦੂਰਾਂ ਦਾ ਇੱਕ ਹਿੱਸਾ ਅਜੇ ਵੀ 23,000 ਟਕਾ ਦੀ ਘੱਟੋ-ਘੱਟ ਮਹੀਨੇ ਦੀ ਤਨਖਾਹ ਮੰਗ ਰਿਹਾ ਹੈ। ਮਜ਼ਦੂਰਾਂ ਨੇ ਵੀ ਸਰਕਾਰ ਦੇ 56% ਦੀ ਤਨਖਾਹ ਵਾਧੇ ਦੇ ਐਲਾਨ ਨੂੰ ਰੱਦ ਕਰਦੇ ਹੋਏ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਕਥਿਤ ਤੌਰ ਉੱਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਕਾਰਾਂ ਅਤੇ ਫੈਕਟਰੀਆਂ ਦੀ ਭੰਨ-ਤੋੜ ਕੀਤੀ ਗਈ। ਢਾਕਾ ਅਤੇ ਆਲੇ-ਦੁਆਲੇ ਪੁਲਿਸ ਅਤੇ ਕਰਮਚਾਰੀਆਂ ਵਿਚਕਾਰ ਝੜਪਾਂ ਵੀ ਹੋਈਆਂ। ਢਾਕਾ ਦੇ ਬਾਹਰ ਗਾਜ਼ੀਪੁਰ ਦੇ ਕੋਨਾਬਾੜੀ ਇਲਾਕੇ ਦੇ ਵਿੱਚ ਤਨਖਾਹ ਵਾਧੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਅਤੇ ਪੁਲਿਸ ਵਿਚਾਲੇ ਝੜਪ ਦੇ ਵਿੱਚ ਇੱਕ ਔਰਤ ਦੀ ਵੀ ਮੌਤ ਹੋਈ ਸੀ। ਬੰਗਲਾਦੇਸ਼ ਤੋਂ ਨੀਮ ਫੌਜੀ ਸਰਹੱਦੀ ਗਾਰਡਾਂ ਨੂੰ ਢਾਕਾ ਅਤੇ ਆਲੇ-ਦੁਆਲੇ ਦੇ ਪ੍ਰਮੁੱਖ ਉਦਯੋਗਿਕ ਖੇਤਰਾਂ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਅਣਸੁਖਾਵੀ ਘਟਨਾ ਤੋਂ ਬਚਾਇਆ ਜਾ ਸਕੇ। ਇਜ਼ਰਾਈਲ ਅਤੇ ਫਲਸਤੀਨ ਦੇ ਵਿੱਚ ਚੱਲ ਰਹੀ ਜੰਗ ਦੇ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਉੱਥੇ ਜ਼ਖਮੀ ਲੋਕਾਂ ਨੂੰ ਸਹਾਇਤਾ ਦੀ ਤੁਰੰਤ ਲੋੜ ਹੈ ਤੇ ਹੁਣ ਮਨੁੱਖੀ ਸਹਾਇਤਾ ਲੈ ਕੇ ਜਾ ਰਹੇ 850 ਤੋਂ ਵੱਧ ਟਰੱਕ ਗਾਜ਼ਾ ਪੱਟੀ ਵਿੱਚ ਦਾਖਲ ਹੋਏ ਨੇ। ਇਜ਼ਰਾਈਲ ਰੱਖਿਆ ਬਲਾਂ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੋਨਾਥਨ ਕੋਨਰਿਗਸ ਨੇ ਇਹ ਜਾਣਕਾਰੀ ਦਿੱਤੀ। ਕੋਨਰਿਗਸ ਨੇ ਦੇਰ ਰਾਤ ਇੱਕ ਬਰੀਫਿੰਗ ਦੇ ਵਿੱਚ ਦੱਸਿਆ ਹੈ ਕਿ ਅਸੀਂ ਗਾਜ਼ਾ ਦੇ ਵਿੱਚ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇ ਹੋਏ ਹਾਂ। ਇਹ ਸਹਾਇਤਾ ਇਜ਼ਰਾਈਲ ਤੋਂ ਨਹੀਂ ਆ ਰਹੀ ਪਰ ਅਸੀਂ ਇਸ ਦੀ ਸਹੂਲਤ ਦਿੰਦੇ ਹਾਂ। ਉਨ੍ਹਾਂ ਅੱਗੇ ਕਿਹਾ ਹੈ ਕਿ ਹਰ ਰੋਜ਼ ਵੱਧ ਤੋਂ ਵੱਧ ਟਰੱਕ ਗਾਜ਼ਾ ਪੱਟੀ ਵਿੱਚ ਦਾਖਲ ਹੋ ਰਹੇ ਨੇ। ਹੁਣ ਤੱਕ 850 ਤੋਂ ਵੱਧ ਟਰੱਕ ਦਾਖਲ ਹੋ ਚੁੱਕੇ ਨੇ ਅਤੇ ਉਹ ਭੋਜਨ, ਦਵਾਈਆਂ, ਆਸਰਾ, ਟੈਂਟ ਅਤੇ ਅਸਥਾਈ ਰਿਹਾਇਸ਼ ਦੇ ਨਾਲ ਬੇਸ਼ੱਕ ਪਾਣੀ ਲੈ ਕੇ ਜਾ ਰਹੇ ਨੇ। ਉਨ੍ਹਾਂ ਕਿਹਾ ਹੈ ਕਿ IDF ਨੇ ਮਿਸਰ ਦੇ ਨਾਲ ਤਾਲਮੇਲ ਕੀਤਾ ਹੈ। 7 ਅਕਤੂਬਰ ਨੂੰ ਫਲਸਤੀਨੀ ਸਮੂਹ ਹਮਾਸ ਨੇ ਗਾਜ਼ਾ ਤੋਂ ਇਜ਼ਰਾਈਲ ਦੇ ਖਿਲਾਫ ਅਚਾਨਕ ਹਮਲਾ ਕੀਤਾ ਸੀ ਜਿਸ ਦੇ ਵਿੱਚ ਗੁਆਂਢੀ ਇਜ਼ਰਾਈਲੀ ਭਾਈਚਾਰਿਆਂ ਦੇ ਲੋਕਾਂ ਨੂੰ ਮਾਰਿਆ ਤੇ ਅਗਵਾ ਕੀਤਾ ਗਿਆ। ਇਜ਼ਰਾਈਲ ਨੇ ਮਿਜ਼ਾਈਲੀ ਹਮਲਿਆਂ ਅਤੇ ਗਾਜ਼ਾ ਪੱਟੀ ਦੀ ਪੂਰੀ ਨਾਕਾਬੰਦੀ ਨਾਲ ਜਵਾਬੀ ਕਾਰਵਾਈ ਕੀਤੀ ਜਿੱਥੇ 20 ਲੱਖ ਤੋਂ ਵੱਧ ਲੋਕ ਰਹਿੰਦੇ ਨੇ। 27 ਅਕਤੂਬਰ ਨੂੰ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਅਤੇ ਕੈਦੀਆਂ ਨੂੰ ਬਚਾਉਣ ਦੇ ਟੀਚੇ ਦੇ ਨਾਲ ਗਾਜ਼ਾ ਵਿੱਚ ਵੱਡੇ ਪੱਧਰ ਉੱਤੇ ਜ਼ਮੀਨੀ ਘੁਸਪੈਠ ਸ਼ੁਰੂ ਕੀਤੀ ਸੀ। ਦੱਸ ਦਈਏ ਕਿ ਹੁਣ ਤੱਕ ਇਸ ਜੰਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੇਗੁਨਾਹ ਲੋਕ ਮਾਰੇ ਗਏ ਨੇ। ਪੂਰੇ ਏਸ਼ੀਆ ਦੇ ਸੰਯੁਕਤ ਰਾਸ਼ਟਰ ਕੈਂਪਸ ਦੇ ਵਿੱਚ ਇਜ਼ਰਾਈਲ ਹਮਾਸ ਯੁੱਧ ਦੇ ਚੱਲਦਿਆਂ ਝੰਡੇ ਅੱਧੇ ਝੁਕਾਏ ਗਏ। ਇਸ ਦੇ ਨਾਲ ਹੀ ਕੈਂਪਸ ਇਜ਼ਰਾਈਲ ਹਮਾਸ ਸੰਘਰਸ਼ ਦੌਰਾਨ ਗਾਜ਼ਾ ਦੇ ਵਿੱਚ ਮਾਰੇ ਗਏ ਸਾਥੀਆਂ ਦੀ ਯਾਦ ਵਿੱਚ 1 ਮਿੰਟ ਦਾ ਮੌਨ ਰੱਖਿਆ ਗਿਆ। ਸੰਯੁਕਤ ਰਾਸ਼ਟਰ ਦੇ ਨੀਲੇ ਅਤੇ ਚਿੱਟੇ ਝੰਡੇ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 9:30 ਵਜੇ ਬੈਂਕਾਕ, ਟੋਕੀਓ ਅਤੇ ਬੀਜਿੰਗ ਦੇ ਵਿੱਚ ਇਸ ਦੇ ਦਫ਼ਤਰਾਂ ਵਿੱਚ ਉਤਾਰਿਆ ਗਿਆ ਸੀ। ਸੰਯੁਕਤ ਰਾਸ਼ਟਰ ਵੱਲੋਂ ਗਾਜ਼ਾ ਦੇ ਵਿੱਚ ਹਮਲਿਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦੀ ਰਿਪੋਰਟ ਕੀਤੀ ਗਈ। ਇਜ਼ਰਾਈਲ ਹਮਾਸ ਯੁੱਧ ਦੇ ਲਈ ਵਿਸ਼ਵ ਭਰ ਦੇ ਵਿੱਚ ਮੌਨ ਰੱਖਿਆ ਜਾ ਰਿਹਾ ਹੈ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਫਲਸਤੀਨੀਆਂ ਦਾ ਸਮਰਥਨ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਐਲਾਨ ਕੀਤਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਉਹਨਾਂ ਦੇ ਆਪਣੇ 100 ਤੋਂ ਵੱਧ ਮੁਲਾਜ਼ਮ ਮਾਰੇ ਗਏ ਨੇ।
ਹਮਾਸ ਦੇ ਲੜਾਕਿਆਂ ਵੱਲੋਂ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲੀ ਭਾਈਚਾਰਿਆਂ ਉੱਤੇ ਹਮਲੇ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਗਾਜ਼ਾ ਪੱਟੀ ਦੇ ਟਿਕਾਣਿਆਂ ਉੱਤੇ ਬੰਬਾਰੀ ਕਰ ਰਿਹਾ ਹੈ। ਇਜ਼ਰਾਈਲੀ ਅਧਿਕਾਰੀਆਂ ਦੇ ਮੁਤਾਬਕ ਹਮਾਸ ਦੇ ਹਮਲਿਆਂ ਵਿੱਚ ਲਗਭਗ 1200 ਲੋਕ ਮਾਰੇ ਗਏ ਸਨ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ ਅਤੇ ਲਗਭਗ 240 ਹਮਾਸ ਦੇ ਵੱਲੋਂ ਕੈਦ ਕੀਤੇ ਗਏ। ਅਤੇ ਗਾਜ਼ਾ ਵਿੱਚ ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਮੁਤਾਬਕ ਇਜ਼ਰਾਈਲ ਦੇ ਜਵਾਬੀ ਹਮਲਿਆਂ ਵਿੱਚ ਗਾਜ਼ਾ ਦੇ ਵਿੱਚ 11,000 ਤੋਂ ਵੱਧ ਲੋਕ ਮਾਰੇ ਗਏ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਨੇ ਅਤੇ ਇਹ ਹਮਲੇ ਅਜੇ ਵੀ ਜਾਰੀ ਨੇ। ਖਾਸ ਤੌਰ ਉੱਤੇ ਬੱਚੇ ਅਤੇ ਔਰਤਾਂ ਇਹਨਾਂ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਬੇਸ਼ੱਕ ਕੌਮਾਂਤਰੀ ਪੱਧਰ ਉੱਤੇ ਇਜ਼ਰਾਈਲ ਉੱਤੇ ਲਗਾਤਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਜ਼ਰਾਈਲ ਦੇ ਵੱਲੋਂ ਹਮਲੇ ਨਹੀਂ ਰੋਕੇ ਜਾ ਰਹੇ। ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਦੇ ਵਿੱਚ ਬਿਜਲੀ ਸਹੂਲਤ ਨਾ ਹੋਣ ਕਾਰਨ 3 ਨਵਜੰਮੇ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਇਜ਼ਰਾਈਲੀ ਫੌਜਾਂ ਗਾਜ਼ਾ ਤੋਂ ਬੱਚਿਆਂ ਨੂੰ ਕੱਢਣ ਵਿੱਚ ਮਦਦ ਕਰਨ ਦਾ ਦਾਅਵਾ ਕਰ ਰਹੀ ਹੈ। ਇਜ਼ਰਾਈਲੀ ਮਿਲਟਰੀ ਰੀਅਰ ਐਡਮਿਰਲ ਡੈਨੀਅਲ ਹਾਗਰੀ ਨੇ ਕਿਹਾ ਹੈ ਕਿ ਸ਼ਿਫਾ ਹਸਪਤਾਲ ਦੇ ਸਟਾਫ ਨੇ ਬੇਨਤੀ ਕੀਤੀ ਹੈ ਕਿ ਬਾਲ ਰੋਗ ਵਿਭਾਗ ਦੇ ਵਿੱਚ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇ। ਗਾਜ਼ਾ ਦੇ ਵਿੱਚ ਹਮਾਸ ਦੁਆਰਾ ਚਲਾਏ ਜਾਣ ਵਾਲੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ 6 ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਜਦੋਂ ਆਖਰੀ ਜਨਰੇਟਰ ਦਾ ਤੇਲ ਖਤਮ ਹੋ ਗਿਆ ਅਤੇ ਉਸ ਦੌਰਾਨ ਇਹ ਮੌਤਾਂ ਹੋਈਆਂ। ਇਜ਼ਰਾਈਲ ਦੀ ਫੌਜ ਨੇ ਇਹ ਕਹਿ ਕੇ ਜਵਾਬ ਦਿੱਤਾ ਹੈ ਕਿ ਹਸਪਤਾਲ ਦੀ ਘੇਰਾਬੰਦੀ ਨਹੀਂ ਕੀਤੀ ਗਈ ਅਤੇ ਇਜ਼ਰਾਈਲੀ ਫੌਜਾਂ ਐਤਵਾਰ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਰੱਖੇ ਹੋਏ ਬੱਚਿਆਂ ਨੂੰ ਲਿਜਾਣ ਦੇ ਵਿੱਚ ਮਦਦ ਕਰ ਰਹੀਆਂ ਨੇ, ਜਦਕਿ ਫਲਸਤੀਨੀ ਅਧਿਕਾਰੀ ਇਜ਼ਰਾਈਲੀ ਫੌਜ ਦੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਅਜਿਹੀ ਕੋਈ ਮਦਦ ਨਹੀਂ ਕਰ ਰਿਹਾ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਹਜ਼ਾਰਾਂ ਮੈਡੀਕਲ ਮੁਲਾਜ਼ਮਾਂ ਅਤੇ ਮਰੀਜ਼ਾਂ ਨੂੰ ਬਿਜਲੀ ਸਪਲਾਈ ਦੇ ਵਿੱਚ ਰੁਕਾਵਟ ਅਤੇ ਜ਼ਰੂਰੀ ਸਪਲਾਈ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੋਲੀਬਾਰੀ ਕਾਰਨ ਹਸਪਤਾਲ ਦੇ ਵਿੱਚ ਪਨਾਹ ਲੈ ਰਹੇ ਬੇਘਰ ਹੋਏ ਲੋਕ ਬਾਹਰ ਨਹੀਂ ਆ ਸਕੇ। There's been a lot of misinformation from Gaza today, so I want to clarify the facts. There is no siege, I repeat, there is no siege on the Shifa hospital. The east side of the hospital is open on El Wadi Street for the safe pass of Gazans who wish to leave the hospital. We're speaking directly and regularly with the hospital staff. The staff of the Shifa hospital has requested that tomorrow we will help the babies in the pediatric department to get to a safer hospital. We will provide the assistance needed. And there's something that the world must not forget, and we will not let the world forget it. Hamas has been holding hostages 239 men, women, children, elderly, and babies. Don't forget babies. For 36 days. This is a crime against humanity, and we will not let the world forget it. ਇਜ਼ਰਾਈਲ ਹਮਾਸ ਸੰਘਰਸ਼ ਦੇ ਦੌਰਾਨ ਗਾਜ਼ਾ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਗਾਜ਼ਾ ਦੇ ਵੱਡੇ ਹਸਪਤਾਲਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਗਾਜ਼ਾ ਦੇ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਵਿਦੇਸ਼ੀ ਮਾਮਲਿਆਂ ਅਤੇ ਸੁਰੱਖਿਆ ਨੀਤੀ ਦੇ ਲਈ ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧ ਜੋਸੇਪ ਬੋਰੇਲ ਨੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਹੈ ਕਿ ਉਹ ਗਾਜ਼ਾ ਦੇ ਵਿੱਚ ਡੂੰਘੇ ਹੋ ਰਹੇ ਮਨੁੱਖੀ ਸੰਕਟ ਨੂੰ ਲੈ ਕੇ ਚਿੰਤਾ ਵਿੱਚ ਨੇ। ਬੋਰੇਲ ਨੇ ਆਖਿਆ ਹੈ ਕਿ ਜੰਗ ਤੁਰੰਤ ਰੁਕਣੀ ਚਾਹੀਦੀ ਹੈ ਅਤੇ ਸਰਹੱਦ ਪਾਰ ਗਾਜ਼ਾ ਵਿੱਚ ਲੋਕਾਂ ਨੂੰ ਲਗਾਤਾਰ ਮਨੁੱਖੀ ਸਹਾਇਤਾ ਪਹੁੰਚਣੀ ਚਾਹੀਦੀ ਹੈ। ਯੂਰਪੀਅਨ ਯੂਨੀਅਨ ਕਮਿਸ਼ਨ ਦੀ ਪ੍ਰਧਾਨ ਨੇ ਵੀ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਉੱਤੇ ਜ਼ੋਰ ਦਿੱਤਾ ਹੈ। The unfolding tragedy in the Middle East is the outcome of a collective political and moral failure, which the Israeli and the Palestinian people are paying a high price for it. And this price will continue increasing if we refuse to see the situation as straightforwardly. This moral and political failure is due to our real lack of willingness to solve the Israeli-Palestinian problem. By doing so, the European Union would spend a total of €100 million in humanitarian aid for the civilians in Gaza. And at the same time, we are working with Israel, Egypt, and the United Nations to let more convoys into Gaza, including through corridors and pauses for humanitarian needs.
ਉਧਰ ਭਾਰਤ ਦੀ ਰਾਜਧਾਨੀ ਦਿੱਲੀ ਪ੍ਰਦੂਸ਼ਣ ਨਾਲ ਬੇਹਾਲ ਹੈ। ਜ਼ਹਿਰੀਲੀ ਹਵਾ ਅਤੇ ਸਮੌਗ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਨੇ। ਦਿੱਲੀ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ 30 ਮਿਲੀਅਨ ਵਸਨੀਕਾਂ ਦੀ ਜ਼ਿੰਦਗੀ ਕਾਫੀ ਮੁਸ਼ਕਲ ਦੇ ਵਿੱਚ ਹੈ। ਆਮ ਤੌਰ ਉੱਤੇ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਦੂਸ਼ਣ ਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਵਾਹਨਾਂ ਤੋਂ ਨਿਕਲਦਾ ਧੂੰਆਂ ਅਤੇ ਫੈਕਟਰੀਆਂ ਤੋਂ ਨਿਕਲਦਾ ਜ਼ਹਿਰੀਲਾ ਧੂੰਆਂ ਵੀ ਹਰ ਸਰਦੀ ਦੇ ਵਿੱਚ ਦਿੱਲੀ ਨੂੰ ਪ੍ਰਦੂਸ਼ਣ ਦੀ ਚਾਦਰ ਨਾਲ ਢੱਕ ਦਿੰਦਾ ਹੈ। ਇਹ ਜਨਤਕ ਸਿਹਤ ਸੰਕਟ ਦਹਾਕਿਆਂ ਤੋਂ ਜਾਰੀ ਹੈ ਅਤੇ ਖੋਜਕਰਤਾਵਾਂ ਨੇ ਪੂਰੇ ਭਾਰਤ ਵਿੱਚ ਸੈਂਕੜੇ ਹਜ਼ਾਰਾਂ ਸਮੇਂ ਤੋਂ ਪਹਿਲਾਂ ਹੋਈਆਂ ਮੌਤਾਂ ਲਈ ਧੂਏ ਨੂੰ ਜ਼ਿੰਮੇਵਾਰ ਠਹਿਰਾਇਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਪ੍ਰਦੂਸ਼ਣ ਦੇ ਵੱਧਦੇ ਪੱਧਰ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਇਮਰੀ ਸਕੂਲ ਅਗਲੇ 2 ਦਿਨਾਂ ਲਈ ਬੰਦ ਰਹਿਣਗੇ। ਦਿੱਲੀ ਧਰਤੀ ਦੇ ਸਭ ਤੋਂ ਵੱਡੇ ਸ਼ਹਿਰੀ ਖੇਤਰਾਂ ਵਿੱਚੋਂ ਇੱਕ ਹੈ, ਜਿਸ ਨੂੰ ਅਕਸਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਵਜੋਂ ਦਰਜਾ ਦਿੱਤਾ ਜਾਂਦਾ ਹੈ। ਸਾਲ ਦੇ ਜ਼ਿਆਦਾਤਰ ਸਮੇਂ ਦੌਰਾਨ ਵਾਹਨਾਂ ਦਾ ਧੂੰਆਂ ਵਸਨੀਕਾਂ ਲਈ ਆਫਤ ਬਣਿਆ ਰਹਿੰਦਾ ਹੈ, ਪਰ ਦੀਵਾਲੀ ਦੇ ਹਿੰਦੂ ਤਿਉਹਾਰ ਦੇ ਆਲੇ ਦੁਆਲੇ ਸਰਦੀਆਂ ਦੀ ਸ਼ੁਰੂਆਤ ਵਿੱਚ ਸਮੱਸਿਆ ਸਿਖਰ ਉੱਤੇ ਪਹੁੰਚ ਜਾਂਦੀ ਹੈ। ਵਾਹਨਾਂ ਅਤੇ ਉਦਯੋਗਾਂ ਦੇ ਵਿੱਚੋਂ ਨਿਕਲ ਰਿਹਾ ਇਹ ਪ੍ਰਦੂਸ਼ਣ ਲਗਾਤਾਰ ਲੋਕਾਂ ਦੀ ਸਿਹਤ ਨੂੰ ਵਿਗਾੜ ਰਿਹਾ ਹੈ। ਕਿਸਾਨਾਂ ਨੂੰ ਵੱਖ-ਵੱਖ ਕਲੀਅਰਿੰਗ ਤਰੀਕਿਆਂ ਦੀ ਵਰਤੋਂ ਕਰਨ ਅਤੇ ਪਰਾਲੀ ਸਾੜਨ ਉੱਤੇ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਲਈ ਦੰਡਕਾਰੀ ਕਾਰਵਾਈ ਦੀਆਂ ਧਮਕੀਆਂ ਦੇ ਬਾਵਜੂਦ ਇਹ ਜਾਰੀ ਹੈ। ਅਕਤੂਬਰ ਤੋਂ ਫਰਵਰੀ ਤੱਕ ਅੱਖਾਂ ਨੂੰ ਭੜਕਾਉਣ ਵਾਲਾ ਅਤੇ ਫੇਫੜਿਆਂ ਨੂੰ ਪਰੇਸ਼ਾਨ ਕਰਨ ਵਾਲਾ ਧੂੰਆਂ ਆਪਣੇ ਸਿਖਰ ਉੱਤੇ ਹੁੰਦਾ ਹੈ। ਜਦੋਂ ਠੰਡੀ ਹਵਾ ਪ੍ਰਦੂਸ਼ਣ ਨੂੰ ਰੋਕਦੀ ਹੈ, ਨਿਵਾਸੀਆਂ ਨੂੰ ਹਰ ਸਮੇਂ ਬਾਹਰ ਫੇਸ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਦਿੱਲੀ ਵਾਸੀਆਂ ਦਾ ਕਹਿਣਾ ਹੈ ਕਿ ਅਗਲੇ 2 ਮਹੀਨਿਆਂ ਲਈ ਇਹ ਸਭ ਤੋਂ ਭੈੜਾ ਦੌਰ ਹੋਣ ਵਾਲਾ ਹੈ। ਅਸੀਂ ਠੀਕ ਤਰ੍ਹਾਂ ਸਾਹ ਵੀ ਨਹੀਂ ਲੈ ਸਕਦੇ। Of smog, I'm also watching in the annual air quality index rate also I'm watching, and I'm scared about this climate. Yeah. What effect is it having on you? That's what my eyes are burning light and becoming reddish. That's what I wear my mask. पॉल्यूशन इतना बढ़ता जा रहा है, इस वजह से जिन लोगों को पोलन एलर्जी होती है, जैसे कि मेरे बच्चों को है, तो मेरे दोनों बच्चे इससे अफेक्टेड है और बेटी तो इससे सीवियरली इफेक्टेड है और उस सांस नहीं ले पाती वो, और घर के अंदर हम सब कुछ बंद रखते हैं तो भी वो पॉल्यूशन इतना इफ़ेक्ट करता है कि उसको वॉशरूम भी यूज़ करना उसके लिए मुश्किल हो जाता है और सांस फूल जाती है उसकी। ਨਿਊਜ਼ੀਲੈਂਡ ਵਿਖੇ ਬੀਤੇ ਦਿਨੀ ਟਾਕਾਨੇਨੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਭਾਈਚਾਰੇ ਦੇ ਵੱਲੋਂ ਬੰਦੀ ਛੋੜ ਦਿਵਸ ਮਨਾਇਆ ਗਿਆ। ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਜਸ਼ਨਾਂ ਦੇ ਵਿੱਚ 35,000 ਤੋਂ ਵੱਧ ਸੰਗਤ ਨੇ ਹਾਜ਼ਰੀ ਭਰੀ। ਆਈ ਹੋਈ ਸੰਗਤ ਦੇ ਲਈ 2 ਟਨ ਦਾਲ, 1.2 ਟਨ ਆਈਸਕ੍ਰੀਮ, 17,000 버ਗਰ, 2 ਟਨ ਕਣਕ ਦਾ ਆਟਾ, 2 ਟਨ ਦੁੱਧ, 1.9 ਟਨ ਮਠਿਆਈ, 500 ਕਿਲੋ ਘਿਓ ਅਤੇ ਚਾਵਲ ਇੱਕ ਦਿਨ ਦੇ ਵਿੱਚ ਭਾਈਚਾਰੇ ਦੇ ਵੱਲੋਂ ਸੇਵਾ ਕੀਤੀ ਗਈ। ਦੂਜੇ ਪਾਸੇ ਨਿਊਜ਼ੀਲੈਂਡ ਪੁਲਿਸ ਨੇ ਵੀ ਬੰਦੀ ਛੋੜ ਦਿਹਾੜੇ ਮੌਕੇ ਬਹੁਤ ਸਹਿਯੋਗ ਦਿੱਤਾ ਅਤੇ ਪੁਲਿਸ ਨੇ ਭਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਸਮਝਣ ਲਈ ਲੋਕਾਂ ਦਾ ਧੰਨਵਾਦ ਕੀਤਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਲਕਸਨ ਨੇ ਬੰਦੀ ਛੋੜ ਦਿਹਾੜੇ ਉੱਤੇ ਵਧਾਈ ਦਿੱਤੀ ਹੈ। Happy Diwali, Bande Chor Divas. It's just a fantastic occasion and it's just so wonderful, and I want to say thank you to all of the Indian community for the great contribution to New Zealand. We know how hard you work in order to get ahead for yourself and your families, and we really respect that, and so I just hope everyone celebrates well and really enjoys Diwali. Happy Diwali. ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਬੜਾ ਵਧੀਆ ਲੱਗ ਰਿਹਾ ਭਾਜੀ। ਗੁਰੂ ਘਰ ਆਏ ਆ ਟਾਕਾਨੇਨੀ ਛੋੜ ਦਿਵਸ ਅੱਜ ਦੇ ਦਿਨ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਵਾਪਸ ਆਏ ਸੀਗੇ। ਇਹ ਮਾਂ ਜਹਾਂਗੀਰ ਰਾਜੇ ਦੇ ਕਿਲੇ, ਉਹਨਾਂ ਦੇ ਬੰਦੀ ਛੋੜ ਉਹਨਾਂ ਦਿਵਸ ਮਨਾਇਆ ਜਾ ਰਿਹਾ ਅੱਜ। ਬਹੁਤ ਸਿੱਖ ਕੌਮ ਵਾਸਤੇ, ਇਸ ਦੁਨੀਆ ਭਰ ਵਾਸਤੇ ਹੀ ਬਹੁਤ ਵਧੀਆ ਦਿਵਸ ਆ। ਬੜਾ ਭਾਗੀ ਆ ਦੁਨੀਆ ਜਿਨ੍ਹਾਂ ਨੇ ਸਤਿਗੁਰਾਂ ਦੇ ਅੱਜ ਦਰਸ਼ਨ ਨੂੰ ਮੇਲੇ ਕਰੇ। ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਆਈਆਂ, ਨਖਮਸਤਕ ਹੋਏ, ਕੀਰਤਨ ਸੁਣਿਆ, ਸਾਰੇ ਬੜੇ ਭਾਗੀ ਅੱਜ ਦਾ ਦਿਨ।
I just want to say Sat Sri Akal to all our beautiful Sikh Indian friends, our neighbours in Takanini and across New Zealand. I want to say Happy Diwali and Bandishor Divas, and may all your days be as beautiful and lit up as today is. Blessed Diwali. Bandi Shore Divas to the amazing Sikh community here in Auckland, the light that you guys bring to the community, what today and every day of the year. Thank you so much. ਉੱਤਰੀ ਭਾਰਤ ਦੇ ਵਿੱਚ ਇੱਕ ਨਿਰਮਾਣ ਪ੍ਰੋਜੈਕਟ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੇ ਲਈ ਬਚਾਅ ਕਾਰਜ ਜਾਰੀ ਹਨ। ਉਹਨਾਂ ਨੂੰ ਬਚਾਉਣ ਦੇ ਲਈ ਖੁਦਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਪ੍ਰਸ਼ਾਂਤ ਕਿਸ਼ੋਰ ਨੇ ਦੱਸਿਆ ਹੈ ਕਿ ਸਾਰੇ ਨਿਰਮਾਣ ਮਜ਼ਦੂਰ ਜ਼ਿੰਦਾ ਹਨ ਅਤੇ ਉਹਨਾਂ ਨੂੰ ਆਕਸੀਜਨ ਅਤੇ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਹੈ ਕਿ ਬਚਾਅ ਕਰਮਚਾਰੀਆਂ ਨੇ ਪੀੜਤਾਂ ਦੇ ਨਾਲ ਸੰਪਰਕ ਕੀਤਾ ਹੈ। ਇਹ ਹਾਦਸਾ ਬੀਤੇ ਦਿਨੀ ਉੱਤਰਾਖੰਡ ਵਿੱਚ ਵਾਪਰਿਆ ਸੀ। कार्य बड़ी स्पीड से हो रहा है सर। काफी लोग मेहनत कर रहे हैं। कंपनी जो बराबर जो है वर्क कर रही है, कल से लगी हुई है। शासन प्रशासन भी बिल्कुल कल से जो है हमारे साथ खड़ा है और पूरे कंपनी का स्टाफ बिल्कुल जी जान से यहाँ पर है। और अभी मैं अंदर गया था तो मैं जो है वहां पर जब देखा तो वहां से हम लोग वो लोग बात कर रहे थे सेफ्टी वाले, तो वो लोग कह रहे हैं कि उनकी आवाजें हम तक पहुंची। वो कह रहे हैं कि आप जो खाद्य सामग्री आप भेज रहे थे उसे न भेजें, अब हवा भेजें। यहाँ पर इतनी ज्यादा गर्मी हो गई, वो है 205 मीटर पे और वो लोग जो है 270 मीटर पर है अंदर। वो कह रहे हैं कि हम 270 पर अंदर हैं और ये लगाओ कि 50-60 मीटर अभी भी बाकी है खोने के लिए। अब देखते हैं इसमें कितना समय लगता है। भगवान चाहे वो सारे लोग सुरक्षित हों, यही हम लोग शुभकामनाएं करते हैं। सर ये है कि सबसे पहले कल तक तो हम बिल्कुल मायूस हो गए थे क्योंकि कोई संपर्क ही नहीं हो पा रहा था। सारे लोग घबराए हुए थे, लेकिन जब जो है रात ठीक 11 बजे उन लोगों से जो है संपर्क हो पाया है तो वो लोग बराबर जब हम यहाँ से आवाज दे रहे हैं तो वो बिल्कुल हमने यहाँ से लिखे भी भेजा था कि आप कितने लोग हैं और सुरक्षित हैं, कि कौन सी स्थिति में हैं। तो उन्होंने उसको रिटर्न किया। अभी आवाज हमने दी, हमने कहा हमने यहाँ से कुछ भेजा था लिखे, क्या आप तक पहुंचा? उन्होंने कहा बिल्कुल आपने कागज भेजा था, वो हमने हमारे नेगी सर जी ने पढ़ा है और हम लोगों को धैर्य बना रहे हैं कि थोड़े 2-3 घंटे में ये खुलने वाला है, आप लोग धैर्य बना के रखिए। और खाने के जो आप भेज रहे थे वो हम तक पहुंच रहा है और हम लोग उसे भी खा लिया है। पर बरसात ये है कि हवा का विशेष ध्यान रखा जाए। अगर आप लोग हमें यहाँ पर सुरक्षित चाहते हैं तो हवा सबसे पहले हवा भेजी जाए। देखिए अभी तक की प्रेजेंट स्थिति ये है कि हमारी कल उनसे संपर्क स्थापित हो गया था जो अंदर मजदूर फंसे हैं। यहाँ पर एक पाइपलाइन है, उसके थ्रू हमने वॉकी टॉकी से इनको संपर्क करने की कोशिश की तो हमें ये पता चला कि जो मलबा जो पैच है मलबे का वो लगभग 60 मीटर का है। उसमें से जैसे हम मलबा हटा रहे हैं तो ऊपर से मलबा अभी भी गिर रहा है, तो धीरे धीरे हम आगे बढ़ रहे हैं। हमने लगभग अभी तक 15 से 20 मीटर एक्सक्यूट कर लिया है और अभी 30-35 मीटर आगे जाना बाकी। देखिए वैसे सभी लोग सुरक्षित हैं, हमारी उनसे बात हो गई है। हमने इनको ड्राई राशन के पैकेट्स भी भिजवाए हैं पाइपलाइन के थ्रू, ऑक्सीजन और पानी भी जा रहा है। ये कितना समय लगेगा ये तो कहना थोड़ा डिफिकल्ट होगा, टेक्निकल टीम ज्यादा बता पाएगी, लेकिन इतना है कि इसमें अभी समय लगने वाला है थोड़ा। ਆਸਟ੍ਰੇਲੀਆ ਦੇ ਪ੍ਰਵਾਸੀ ਨਜ਼ਰਬੰਦੀ ਕੇਂਦਰਾਂ ਤੋਂ ਖਤਰਨਾਕ ਮੰਨੇ ਜਾਣ ਵਾਲੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਸਮੇਤ 80 ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਇਹ ਰਿਹਾਈ ਉਦੋਂ ਹੋਈ ਜਦੋਂ ਹਾਈ ਕੋਰਟ ਨੇ ਪਿਛਲੇ ਹਫ਼ਤੇ ਉਹਨਾਂ ਦੀ ਅਣਮਿੱਥੇ ਸਮੇਂ ਲਈ ਨਜ਼ਰਬੰਦੀ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ। ਇਮੀਗ੍ਰੇਸ਼ਨ ਮੰਤਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। Community safety has been our number one priority in anticipation of the decision and since it's been handed down. So I want to reassure your listeners that from day one, the AFP and Border Force have been working closely with state and territory authorities while we consider all measures that may be available to ensure community protection, that they be released. Now, obviously, they were in immigration detention because we formed the view that they should not be in the community. People are, what they're doing, how they're liaising with the police to keep the community safe, and the public has every right to know the answers to these questions. We are ensuring the safety of the public. उधर ब्रिटेन के प्रधानमंत्री ऋषि सुनक ने पिछले हफ्ते गृह मंत्री सुएला ब्रैवरमैन ਨੂੰ ਫਲਸਤੀਨੀ ਪੱਖੀ ਮਾਰਚ ਦਾ ਸਮਰਥਨ ਕਰਨ ਅਤੇ ਉਸ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਜਾਣ ਕਾਰਨ ਬਰਖਾਸਤ ਕਰ ਦਿੱਤਾ ਹੈ। एक सरकारी सूत्र ने यह जानकारी साझी की है कि फिलिस्तीन समर्थन के चलदियां सुएला नूं बर्खास्त किया गया है। जानकारी दिंदे उन्होंने दस्सिया है कि पिछले हफ्ते पुलिस वालों फिलिस्तीन पक्षी मार्च के नाल नजिठण संबंधी की गई टिप्पणी तो बाद उन्होंने गृह मंत्री के अहुदे तो कढ़ण लई दबाव बनाया जा रहा सी। आलोचकों ने कहा है कि उसके रुख ने तनाव नूं वधाउण अते सज्जे पक्षी प्रदर्शनकारियों नूं लंडन दीआं सड़कों उत्ते आउण लई उत्साहित करन विच मदद की।
ਸੁਨਕ ਉੱਤੇ ਕਾਰਵਾਈ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਭਾਰਤ ਦੇ ਗੋਆ ਵਿੱਚ ਜਨਮੀ 43 ਸਾਲਾ ਕੈਬਨਿਟ ਮੰਤਰੀ ਨੇ ਆਪਣੀ ਸੀਨੀਅਰ UK ਕੈਬਨਿਟ ਭੂਮਿਕਾ ਵਿੱਚ ਵਾਰ-ਵਾਰ ਵਿਵਾਦਾਂ ਦਾ ਸਾਹਮਣਾ ਕੀਤਾ ਹੈ। ਹਾਲ ਹੀ ਵਿੱਚ ਇੱਕ ਅੰਗਰੇਜ਼ੀ ਅਖਬਾਰ ਦੇ ਲੇਖ ਦੇ ਵਿੱਚ ਹਮਲਾਵਰ ਇਜ਼ਰਾਈਲ ਗਾਜ਼ਾ ਵਿਰੋਧ ਪ੍ਰਦਰਸ਼ਨਾਂ ਨੂੰ ਮੈਟ ਪੁਲਿਸ ਦੁਆਰਾ ਨਜਿੱਠਣ ਲਈ ਉਹਨਾਂ ਦੀ ਤਰਜੀਹੀ ਭੂਮਿਕਾ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ ਸੀ। ਦੱਸ ਦਈਏ ਕਿ ਇਸ ਸਮੇਂ ਗਾਜ਼ਾ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਲਗਾਤਾਰ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਸਮੇਂ ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਵਿੱਚ ਵੱਡੇ ਪੱਧਰ ਉਤੇ ਕਤਲੇਆਮ ਕੀਤਾ ਜਾ ਰਿਹਾ ਹੈ। 11,000 ਤੋਂ ਵੱਧ ਬੇਕਸੂਰ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤੇ ਅਜਿਹੇ ਦੇ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਇਜ਼ਰਾਈਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਤੇ ਇੰਗਲੈਂਡ ਦੇ ਵਿੱਚ ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਦੇ ਸੰਬੰਧੀ ਇਸ ਵੱਡੀ ਲੀਡਰ ਉੱਤੇ ਇਹ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਕਾਫੀ ਲੋਕਾਂ ਦੇ ਵਿੱਚ ਰੋਸ ਵੀ ਹੈ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਦੱਖਣੀ ਕੋਰੀਆ, ਜਾਪਾਨ ਅਤੇ ਸੰਯੁਕਤ ਰਾਜ ਦੇ ਰੱਖਿਆ ਮੁਖੀ ਦਸੰਬਰ ਦੇ ਵਿੱਚ ਉੱਤਰੀ ਕੋਰੀਆ ਦੀਆਂ ਮਿਜ਼ਾਈਲਾਂ ਬਾਰੇ ਡੇਟੇ ਨੂੰ ਸਾਂਝਾ ਕਰਨ ਦੀ ਯੋਜਨਾ ਸ਼ੁਰੂ ਕਰਨ ਦੇ ਲਈ ਸਹਿਮਤ ਹੋ ਗਏ ਨੇ। ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਸਿਓਲ ਦੇ ਵਿੱਚ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਸ਼ਿਨ ਵੋਨ ਸਿਕ ਦੇ ਨਾਲ ਮੁਲਾਕਾਤ ਕੀਤੀ। ਜਾਪਾਨ ਦੇ ਰੱਖਿਆ ਮੰਤਰੀ ਮੇਨੋਰੂ ਕਿਹਾਰਾ ਦੇ ਨਾਲ ਆਨਲਾਈਨ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਉਹਨਾਂ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ 3 ਮੰਤਰੀਆਂ ਵੱਲੋਂ ਅਜਿਹੀ ਮੀਟਿੰਗ ਕੀਤੀ ਜਾ ਰਹੀ ਹੈ। ਕਿਹਾਰਾ ਨੇ ਕਿਹਾ ਹੈ ਕਿ ਅਸੀਂ ਪੁਸ਼ਟੀ ਕੀਤੀ ਹੈ ਕਿ ਅਸੀਂ ਪ੍ਰਕਿਰਿਆ ਨੂੰ ਅੰਤਮ ਪੜਾਅ ਉੱਤੇ ਲੈ ਕੇ ਲਗਾਤਾਰ ਐਡਜਸਟਮੈਂਟ ਕਰ ਰਹੇ ਹਾਂ। US ਦੇ ਰਾਸ਼ਟਰਪਤੀ ਜੋ ਬਾਈਡਨ ਨੇ 18 ਅਗਸਤ ਦੇ ਸੰਮੇਲਨ ਦੇ ਵਿੱਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਦੇ ਨਾਲ ਮੀਟਿੰਗ ਕੀਤੀ। US ਦੇ ਰਾਸ਼ਟਰਪਤੀ ਜੋ ਬਾਈਡਨ ਨੇ 18 ਅਗਸਤ ਨੂੰ ਸੰਮੇਲਨ ਦੇ ਵਿੱਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਤਿੰਨੇ ਦੇਸ਼ ਸਾਲ ਦੇ ਅੰਤ ਤੱਕ ਉੱਤਰੀ ਕੋਰੀਆ ਦੀ ਮਿਜ਼ਾਈਲ ਚੇਤਾਵਨੀ ਡੇਟਾ ਨੂੰ ਅਸਲ ਸਮੇਂ ਦੇ ਵਿੱਚ ਸਾਂਝਾ ਕਰਨਗੇ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੰਤਰੀਆਂ ਨੇ ਉੱਤਰੀ ਕੋਰੀਆ ਅਤੇ ਰੂਸ ਵਿਚਕਾਰ ਵਧ ਰਹੇ ਫੌਜੀ ਸਹਿਯੋਗ ਦੀ ਵੀ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੀ ਉਲੰਘਣਾ ਵਜੋਂ ਨਿੰਦਿਆ ਕੀਤੀ ਅਤੇ ਤਾਈਵਾਨ ਜਲਡਮਰੂ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਹਾਲਾਂਕਿ ਲੋਕਾਂ ਵੱਲੋਂ ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਾਂਦਿਆਂ ਦੀ ਇੱਕ ਵਾਰ ਫਿਰ ਤੋਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਉੱਤੇ। ਢਾਕਾ ਦੇ ਵਿੱਚ ਕੱਪੜਾ ਫੈਕਟਰੀਆਂ ਦੇ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਜਾਰੀ। 130 ਫੈਕਟਰੀਆਂ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਗਏ ਹੜਤਾਲ ਉੱਤੇ। ਅਲ-ਸ਼ਿਫਾ ਹਸਪਤਾਲ ਦੇ ਵਿੱਚੋਂ ਨਵੇਂ ਜੰਮੇ ਬੱਚਿਆਂ ਨੂੰ ਬਾਹਰ ਕੱਢਣ ਦਾ ਇਜ਼ਰਾਈਲ ਦਾ ਦਾਅਵਾ ਫਲਸਤੀਨ ਨੇ ਕੀਤਾ ਰੱਦ। ਕਿਹਾ ਨਹੀਂ ਹੋ ਰਹੀ ਕੋਈ ਮਦਦ। ਯੂਰਪੀਅਨ ਯੂਨੀਅਨ ਨੇ ਗਾਜ਼ਾ ਦੀ ਮੌਜੂਦਾ ਸਥਿਤੀ ਉੱਤੇ ਜਤਾਈ ਚਿੰਤਾ। ਕਿਹਾ ਜੰਗ ਰੁਕੇ ਅਤੇ ਮਨੁੱਖਤਾਵਾਦੀ ਸਹਾਇਤਾ ਗਾਜ਼ਾ ਵਿੱਚ ਲਗਾਤਾਰ ਪਹੁੰਚਦੀ ਰਹੇ। ਫਲਸਤੀਨ ਦਾ ਸਮਰਥਨ ਕਰਨਾ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਪਿਆ ਮਹਿੰਗਾ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੈਬਨਿਟ ਵਿੱਚੋਂ ਕੀਤਾ ਬਰਖਾਸਤ। ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ ਤੇ ਹੁਣ ਮੈਨੂੰ ਇਜਾਜ਼ਤ ਦਿਓ। ਧੰਨਵਾਦ।